40 साल के बाद इनकी शादी हुई और जैसे ही अपने कमरे में जाते हैं इनको दूध पिलाया जाता है और उसके अंदर नींद की गोलियां मिक्स की जाती हैं। जैसे ही उसको पीते हैं उसके बाद ये बेहोशी की हालत में चले जाते हैं और वैसे ही वो पूरे घर का सफाया करके रफू चक्कर हो जाती है। आप छुहारे वाला दुੱਧ पीता ਤੇ ਮੁਰਗੇ ਮੈਨੂੰ ਪਤਾ ਹੀ ਨਹੀਂ ਹੈਗਾ ਕਿ ਮੈਂ ਕਿੱਥੇ ਹੈਗਾ ਕਿੱਥੇ ਨਹੀਂ ਤੇ ਸਵੇਰ ਉੱਠਿਆ ਵਾਂ ਤੇ ਸਵੇਰ ਕੁਝ ਵੀ ਨਹੀਂ ਹੈਗਾ ਸੀ ਨਾ ਬੁੱਢੀ ਸੀ ਤੇ ਨਾ ਜਾਂਦੇ ਹੀ ਤੁਸੀਂ ਜਨਾਬ ਜਿਹੜਾ ਹੈ ਨਾ ਦੁੱਧ ਪੀ ਲਿਆ। ਹਾਂਜੀ ਸਾਡੇ ਅੰਦਰ ਗਿਆ ਆਵਾ ਅੰਦਰ ਜਾ ਕੇ ਉਹਨਾਂ ਦੋ ਤਿੰਨ ਗੱਲਾਂ ਕੀਤੀਆਂ ਨੇ ਮੁਰਗੇ ਦੁੱਧ ਪੀ ਲਿਆ। ਮੈਂ ਕਿਹਾ ਤਿਆਰੀ ਕਰੀਏ ਚੰਗੀ ਤਿਆਰੀ ਕੀਤੀ ਸਾਰੀ ਤਿਆਰੀ ਆਪਣੀ ਬਣ ਗਈ। ਬੀਵੀ ਤੁਹਾਡੀ ਵਾਪਸ ਲਿਆ ਦੇਣੀ ਆ ਫਿਰ ਬੀਵੀ ਨੇ ਮੇਰੇ ਕੋਲ ਖੁੱਲਾ ਲੈ ਕੇ ਅੱਗੇ ਨਿਕਾਹ ਭਰਾ ਲਿਆ। ਕਿ ਸਾਡੇ ਪਾਕਿਸਤਾਨ ਦਾ ਬਹੁਤ ਕਮਾਲ ਦਾ ਇਨਸਾਫ ਹੈ ਕਾਨੂੰਨ। ਤੁਹਾਨੂੰ ਨੋਟਿਸ ਆਇਆ ਸੀ? ਸਾਨੂੰ ਸਰ ਕੁਝ ਵੀ ਨਹੀਂ ਆਇਆ ਮੈਨੂੰ ਕੁਝ ਵੀ ਨਹੀਂ ਮੈਨੂੰ ਨੋਟਿਸ ਕੀ ਮੈਨੂੰ पता भी नहीं है कि उन्हें मेरे को तलाक ले ली। अस्सलाम वालेकुम नाज़रीन, मैं हूं आपके साथ आका मेज़बान नईम भट्टी और आप देख रहे हैं लाहौर 42। नाज़रीन इस वक्त तो आपको जो मेरे साथ एक शख्स नज़र आ रहा है इसकी उम्र तकरीबन 40 साल है। 40 साल बाद इसने जब शादी की और शादी की पहली रात इसकी जो दुल्हन थी वो इसका सब कुछ लूट के फ़रार हो गई। यानी कि इसको जब दूध पिलाया और दूध के अंदर जो नींद की गोलियां डाल दी गई, जैसे ही इसने वो दूध पिया और उसके बाद वो सारा कुछ घर से लेके रफू चक्कर हो गया। अब दुहाइयाँ दे रहा है और इससे बात करके जानते हैं कि शादी कैसे हुई थी, कौन थी वो और वो कैसे भागी। सारी कहानी इन्हीं की ज़ुबानी इन्हीं से जानते हैं। अस्सलाम वालेकुम। वालेकुम सलाम। की नाम है? असल नाम ला रखा है बिल्ला बिल्ला कहते हैं। बिल्ला जी की वाक़या होया सी? सर पहले नंबर तो दे कहांगा कि यासमीन तेरा कख ना रवे, तू मैंने बर्बाद किया तू भी बर्बाद होवे। यासमीन ना सी? हाँ जी यासमीन उर्फ समीना। यासमीन उर्फ समीना। हाँ जी कितों दी सी? है ने मधुआना। किस तरह शादी हुई की गल? शादी मेरे किसी रिश्तेदार ने वाया सी कि बड़े मारे लोग है ने ਇਹਦਾ ਭਰਾ ਕਿਸੇ ਡੇਰੇ ਦੇ ਕੰਮ ਕਰਦਾ ਸੀ ਉੱਥੇ ਇਹਨਾਂ ਨਾਲ ਮੁਲਾਕਾਤ ਹੋਈ। ਨੈਣ ਸੁਖ ਇਹਨਾਂ ਦੇ ਰਿਸ਼ਤੇਦਾਰ ਹੈਗੇ ਨੇ ਲੇਕਿਨ ਉਹ ਕਹਿੰਦੇ ਨੇ ਸਾਡਾ ਹੁਣ ਲਿੰਕ ਕੋਈ ਨਹੀਂ ਹੈਗਾ ਇਹਨਾਂ ਦੇ ਨਾਲ। ਅਗਰ ਮੈਂ ਉਹਨਾਂ ਦੇ ਘਰ ਜਾਣਾ ਵਾ ਉਹਨਾਂ ਨੂੰ ਪੁੱਛਣਾ ਵਾ ਕਿ ਜੀ ਮੇਰਾ ਸਮਾਨ ਮੇਰੀਆਂ ਚੀਜ਼ਾਂ ਕੀ ਲੈ ਗਈ ਹੈ? ਸਰ ਮੇਰਾ ਲੈ ਕੇ ਗਈ ਹੈ ਇੱਕ ਤੋਲਾ ਸੋਨਾ ਲੈ ਕੇ ਗਈ ਜੇ ਤੇ ਬਾਹਰ ਆਧਾਰ ਤੇ 300 ਰੁਪਇਆ ਨਗਦ ਜੇ 14-15 ਸੂਟ ਲੈ ਗਈ ਹੈ। 10,000 ਫੀਸ ਸੂਟ ਦੀ ਮਾਲੀਅਤ ਹੈਗੀ ਸੀ। ਸ਼ਾਦੀਆਂ ਵਾਲੇ ਸੂਟ ਮਹਿੰਗੇ ਹੀ ਹੁੰਦੇ ਨੇ। ਵਾਕਿਆ ਹੋਇਆ ਕਿਸ ਤਰ੍ਹਾਂ? ਕਮਰੇ 'ਚ ਗਏ ਤੁਸੀਂ? ਹੈਗਾ ਮੈਂ ਕਮਰੇ ਗਿਆ ਜਾ ਕੇ ਮੈਂ ਦੁੱਧ ਪੀਤਾ। ਮੈਂ ਕਿਹਾ ਚੱਲ ਛੁਹਾਰੇ ਖਾਣੇ ਆ ਤੇ ਚਲੋ ਛੁਹਾਰੇ ਵਾਲਾ ਦੁੱਧ ਪੀਤਾ ਤੇ ਮੁਰਗੇ ਮੈਨੂੰ ਪਤਾ ਹੀ ਨਹੀਂ ਹੈਗਾ ਕਿ ਮੈਂ ਕਿੱਥੇ ਹੈਗਾ ਕਿੱਥੇ ਨਹੀਂ ਤੇ ਸਵੇਰ ਉੱਠਿਆ ਵਾਂ ਤੇ ਸਵੇਰ ਕੁਝ ਵੀ ਨਹੀਂ ਹੈਗਾ ਸੀ ਨਾ ਬੁੱਢੀ ਸੀ ਤੇ ਨਾ ਚੀਜ਼ਾਂ ਸਨ। ਅੱਛਾ ਉਸ ਰਾਤ ਯਾਨੀ ਕਿ ਸਵੇਰ ਫਿਰ ਉੱਠੇ ਤੁਸੀਂ? ਹਾਂਜੀ ਸਵੇਰ ਉੱਠਿਆ ਦੁੱਧ ਪੀਤਾ ਤੇ ਮੁਰਗੇ ਮੈਂ ਸਮਝ ਲੋ ਕਿ ਗਿਆ ਜਿਵੇਂ ਸਮਝ ਤੋਂ ਬਾਹਰ ਹੀ ਹੈ ਕਿ ਮੇਰੇ ਨਾਲ ਕੀਤਾ ਕੀ ਇਹਨਾਂ ਨੇ, ਫਰੋਡ ਮਾਰਿਆ ਕੀ ਕੀਤਾ ਨੇ। ਦਿਲ ਚੋਂ ਖਾਵਾਂ ਨਿਕਲਦੀਆਂ ਪਈਆਂ ਭੈਣ। ਪਹਿਲੀ ਸ਼ਾਦੀ 40 ਸਾਲਾਂ ਬਾਅਦ ਸ਼ਾਦੀ? ਪਰ ਮੇਰੀ ਤੇ ਪਹਿਲੀ ਹੋਈ ਹੈ ਮਾਸ਼ਾਅੱਲਾ ਜਿਹਦੇ ਨਾਲ ਮੇਰੀ ਹੋਈ ਹੈ ਉਹਦਾ ਤੇ ਮੇਰਾ ਚੌਥਾ ਵਿਆਹ ਸੀ। ਅੱਛਾ ਤੁਹਾਨੂੰ ਪਤਾ ਨਹੀਂ ਸੀ? ਸਰ ਮੈਨੂੰ ਨਹੀਂ ਪਤਾ, ਇਨਵੈਸਟੀਗੇਸ਼ਨ ਨਹੀਂ ਉਹਦੀ ਕੀਤੀ ਸੀ। ਜਿਸ ਬੰਦੇ ਨੇ ਕਰਾਇਆ ਉਹਨੇ ਕਹਿੰਦਾ ਪਹਿਲੇ ਇੱਕ ਵਿਆਹ ਹੋਇਆ ਹੈ ਲੇਕਿਨ ਉਹਦੇ ਪਹਿਲੇ 3 ਵਿਆਹ ਹੋਏ ਨੇ। ਉਹਨਾਂ ਨੇ ਪਿੰਡ ਗਿਆ ਵਾ ਪਿੰਡੋਂ ਪਤਾ ਲੱਗਿਆ ਇਹ ਕੁੜੀ ਦੇ ਪਹਿਲੇ 3 ਵਿਆਹ ਹੋਏ ਨੇ। ਉਹਨਾਂ ਦਾ ਕਾਰੋਬਾਰ ਹੈ। ਤੁਹਾਡੀ ਪਹਿਲੀ ਸ਼ਾਦੀ ਪਹਿਲੀ ਬਰਬਾਦੀ? ਹਾਂਜੀ ਪਹਿਲੀ ਸ਼ਾਦੀ ਤੇ ਪਹਿਲੀ ਬਰਬਾਦੀ। ਰੁਪਈਆ ਜੋੜ ਕੇ 4-5 ਲੱਖ ਰੁਪਈਆ ਲਾ ਕੇ ਵਿਆਹ ਕੀਤਾ। ਕੰਮ ਕੀ ਕਰਦੇ ਹੋ? ਕੰਮ ਸਰ ਮੇਰਾ ਬਰਫ ਦਾ ਕੰਮ ਹੈ। ਬਰਫ ਵੇਚਦੇ ਹੋ? ਜੀ। ਅੱਛਾ ਤੇ ਫਿਰ ਤੁਹਾਨੂੰ ਕੀ ਦੱਸਾਂ ਅੱਖਾਂ 'ਚ ਅੱਥਰੂ ਆ ਰਹੇ ਰੋਣ ਤੇ ਦਿਲ ਕਰਦਾ ਪਿਆ ਰੋ ਤੇ ਨਹੀਂ ਨਾ ਸਕਦਾ। ਪਰ ਮੇਰੀ ਇਹ ਅਫਸਰਾਂ ਅੱਗੇ ਅਪੀਲ ਹੈਗੀ ਹੈ ਕਿ ਮੇਰੇ ਨਾਲ ਤੁਸੀਂ ਲੱਭਣ ਨਹੀਂ ਗਏ ਉਹਨੂੰ ਢੂੰਡਣ ਦੀ ਤਲਾਸ਼ ਨਹੀਂ ਕੀਤੀ ਜਿਹਨੇ ਰਿਸ਼ਤਾ ਕਰਵਾਇਆ? 8 ਮਹੀਨੇ ਉਹਨਾਂ ਲੱਭਦਾ ਰਿਹਾ ਵਾ। ਉਹਨਾਂ ਦੇ ਨੰਬਰ ਬੰਦ ਹੋ ਜਾਂਦੇ ਨੇ, ਫੋਨ ਨੰਬਰ ਉਹਨਾਂ ਦੇ ਬੰਦ ਹੋ ਜਾਂਦੇ ਨੇ, ਮੋਬਾਈਲ ਨੰਬਰ ਮੈਂ ਦੇ ਦਿੰਦਾ ਵਾ ਤੁਹਾਨੂੰ ਸਾਰਿਆਂ ਦੇ ਬੰਦ ਹੋਣਗੇ ਤੇ ਜਿਹਦਾ ਖੁੱਲ੍ਹਾ ਹੋਏਗਾ ਉਹ ਫੋਨ ਤੇ ਗੱਲ ਨਹੀਂ ਕਰੇਗਾ। ਜਾਂਦੇ ਹੀ ਤੁਸੀਂ ਜਨਾਬ ਜਿਹੜਾ ਹੈ ਨਾ ਦੁੱਧ ਪੀ ਲਿਆ? ਹਾਂਜੀ ਸਾਡੇ ਅੰਦਰ ਗਿਆ ਵਾ ਅੰਦਰ ਜਾ ਕੇ ਉਹਨਾਂ ਦੋ ਤਿੰਨ ਗੱਲਾਂ ਕੀਤੀਆਂ ਨੇ ਮੁਰਗੇ ਦੁੱਧ ਪੀ ਲਿਆ। ਮੈਂ ਕਿਹਾ ਤਿਆਰੀ ਕਰੀਏ ਚੰਗੀ ਤਿਆਰੀ ਕੀਤੀ ਸਾਰੀ ਤਿਆਰੀ ਆਪਣੀ ਬਣ ਗਈ। ਤੇ ਕੋਈ FIR ਕੋਈ ਦਰਖਾਸਤ ਵਗੈਰਾ ਦਿੱਤੀ? FIR ਕੀਤੀ ਸੀ ਭਾਟੀ ਦੇ SHO ਸਾਹਿਬ ਅੱਗੇ। ਉਹ ਭਾਟੀ ਥਾਣਾ ਲੱਗਦਾ? ਹਾਂਜੀ ਥਾਣਾ ਭਾਟੀ ਗੇਟ ਲੱਗਦਾ। ਉਹ ਕਹਿੰਦੇ ਨੇ ਜੀ ਤੁਹਾਡੇ ਤੇ ਤੁਹਾਡੀ ਬੀਵੀ ਦਾ ਪਰਚਾ ਨਹੀਂ ਹੋ ਸਕਦਾ। ਮੈਂ ਕਿਹਾ ਜੀ ਬੀਵੀ ਤੇ ਪਰਚਾ ਮੇਰੀਆਂ ਚੀਜ਼ਾਂ ਬੀਵੀ ਲੈ ਕੇ ਗਈ ਹੈ ਹੋਰ ਕੋਈ ਨਹੀਂ ਲਿਆ। ਉਹਨੇ ਕਿਹਾ ਯਾਰ ਤੂੰ ਇਸ ਤਰ੍ਹਾਂ ਕਰ ਤੇਰੀ ਬੀਵੀ ਲੈ ਕੇ ਗਈ ਹੈ ਨਾ ਤੂੰ ਸਾਲਿਆਂ ਤੇ ਕਰਾ ਲੇਕਿਨ ਨਾ ਮਾਲੂਮ ਕਰਾ। ਨਾ ਮਾਲੂਮ ਕਰਾ? ਹਾਂਜੀ ਨਾ ਜੋ ਮੁਲਜ਼ਮ ਨਾਮਜ਼ਦ ਕਰ ਰਹੇ ਨੋਮੀਨੇਟ ਕਰ ਨਾਮਜ਼ਦ ਕੀਤਾ ਹੀ ਨਹੀਂ ਪਰਚਾ। ਮੈਂ ਉਹਦੇ ਲਈ 20 ਦਿਨ 1 ਮਹੀਨਾ ਪੂਰਾ ਖੱਜਲ ਹੁੰਦਾ ਰਿਹਾ ਵਾ। ਸਬ ਇੰਸਪੈਕਟਰ ਖਾਲੀ ਅਮੀਨ ਸਾਹਿਬ ਨੇ ਕਿਹਾ ਪਹਿਲੇ ਨਾਮਲੂਮ ਕਰਾ ਤੇ ਫਿਰ ਨਾਮਜ਼ਦ ਕਰਾ ਲਈ। ਫਿਰ ਨਾਮਲੂਮ ਕਰਾਇਆ। SP ਸਾਹਿਬ ਤੇ ਵੀ ਦਰਖਾਸਤ ਦਿੱਤੀ ਲੋਅਰ ਮਾਰਕੀਟ
ਲੇਕਿਨ ਉਹਨਾਂ ਦੇ ਵੀ ਬੰਦਿਆਂ ਨੇ ਇਹੀ ਕਿਹਾ ਕਿ ਯਾਰ ਤੂੰ ਨਾਮਜ਼ਦ ਕਰਾ ਲੈ। ਬਾਅਦ 'ਚ ਤੂੰ ਨਾਮਜ਼ਦ ਕਰਾ ਲਈ, ਨਾਮਜ਼ਦ ਕਰਾਇਆ ਤੇ ਇਨਵੈਸਟੀਗੇਸ਼ਨ ਸਾਹਿਬ ਕਹਿੰਦੇ ਨੇ ਜੀ ਚੋਰੀ ਹੋਈ ਨਹੀਂ, ਤੂੰ ਝੂਠ ਮਾਰ ਰਹੇ ਹੈ। ਮੇਰੇ ਕੋਲ ਉਹਨਾਂ ਨੇ 20,000 ਰੁਪਇਆ ਲਿੱਤਾ ਰੇਟ ਮਾਰਨ ਦਾ। ਜਿੱਲੇ ਮੁਜਰਮ ਨੂੰ ਫੜ ਕੇ ਲੈ ਕੇ ਆਏ ਆ ਤੇ ਉਹਦੇ ਮਾਲਕ ਆਏ ਨੇ ਉੱਥੋਂ ਦੇ ਖੁੰਡੇ ਮੋੜ ਦੇ ਹੈਗੇ ਨੇ ਚੌਧਰੀ। ਖੁੰਡਾ ਮੋੜ ਹੈਗਾ ਜੀ ਸੜਕਪੁਰ ਤੋਂ ਅੱਗੇ, ਉਸ ਤੋਂ ਅੱਗੇ ਲੱਗਦਾ ਨਜ਼ਾਫਤ ਦਾ ਕੋਟ, ਮਾਂਗਟਾ ਦਾ ਥਾਣਾ ਲੱਗਦਾ ਉਹਨਾਂ ਨੂੰ। ਉੱਥੋਂ ਪਰਮਿਸ਼ਨ ਲਿੱਤੀ ਹੈ 15 ਦਾ 20,000 ਮੈਨੂੰ ਦਿੱਤਾ ਥਾਣੇ ਵਾਲਿਆਂ ਨੂੰ ਰੇਟ ਮਾਰਨ ਦਾ, ਪੈਟਰੋਲ ਦਾ। ਇਹਨਾਂ ਨੇ ਫਿਰ ਉਦੋਂ ਮੁਜਰਮ ਫੜ ਕੇ ਲਿਆਂਦਾ ਤੇ ਦੂਸਰੇ ਦਿਨ ਇਹਨਾਂ ਨੇ ਨਿਭਾਇਆ, ਭਾ ਕੇ ਆਮਨੇ ਸਾਹਮਣੇ ਗੱਲ ਕੀਤੀ ਹੈ। ਇਨਵੈਸਟੀਗੇਸ਼ਨ ਸਾਹਿਬ ਕਹਿੰਦੇ ਪਏ ਨਹੀਂ ਜੀ ਤੇਰਾ ਕੇਸ ਝੂਠਾ ਹੈ। ਮੈਂ ਕਹਿ ਰਿਹਾ ਸਰ ਤੁਸੀਂ ਇਨਵੈਸਟੀਗੇਸ਼ਨ ਕਰੋ, ਅਗਰ ਝੂਠਾ ਲੈ ਕਰੋ। ਮੈਂ ਕਹਿ ਰਿਹਾ ਮੇਰੀ ਬੀਵੀ ਲਗਾਈ ਹੈ, ਤੁਹਾਡੇ ਬੰਦੇ ਨੇ ਕਿਹਾ ਜੀ ਨਹੀਂ ਤੁਸੀਂ ਇਸ ਤਰ੍ਹਾਂ ਨਾਮਲੂਮ ਕਰੋ। ਨਾਮਲੂਮ ਕੀਤਾ ਹੈ ਤੇ ਫਿਰ ਤੁਸੀਂ ਕਹਿ ਰਹੇ ਕੇਸ ਝੂਠਾ ਹੈ, ਤੁਸੀਂ ਇਨਵੈਸਟੀਗੇਸ਼ਨ ਜਨਾਬ ਕਰੋ। ਸਰ ਉਹਨਾਂ ਨੇ ਮੈਨੂੰ ਧੱਕੇ ਮਾਰੇ ਨੇ। ਧੱਕੇ ਮਾਰੇ ਨੇ ਪੁਲਿਸ ਵਾਲਿਆਂ ਨੇ? ਹਾਂਜੀ ਪੁਲਿਸ ਵਾਲਿਆਂ ਨੇ ਧੱਕੇ ਮਾਰੇ ਨੇ। ਮੈਨੂੰ ਹਵਾਲਾ 'ਚ ਬੰਦ ਕੀਤਾ, ਮੈਂ 2 ਦਿਨ ਹਵਾਲਾ 'ਚ ਬੰਦ ਰਿਹਾ। ਉਲਟਾ ਮਦਈ ਨੂੰ ਬੰਦ ਕਰਤਾ? ਹਾਂਜੀ ਮਦਈ ਨੂੰ ਹਵਾਲਾ 'ਚ ਬੰਦ ਕੀਤਾ। ਫਿਰ ਮੇਰੇ ਕੋਲ ਸਟਾਮ ਮੰਗਾਇਆ ਕਿ ਤੇਰੇ ਕੋਈ ਰਿਕਵਰੀ ਕਰਾਉਂਦੇ ਆ। ਤੇ ਸਟਾਮ ਦੇ ਤਾਂ ਸਰ ਇਹਨਾਂ ਨੇ ਪਹਿਲੇ ਕੋਰੇ ਸਟਾਮ ਦੇ ਅੰਗੂਠੇ ਲਵਾਏ ਨੇ, ਸਾਈਨ ਕਰਵਾਇਆ ਤੇ ਕਰਵਾ ਕੇ ਤੇ ਫਿਰ ਇਹਨਾਂ ਨੇ ਮੈਨੂੰ ਨਹੀਂ ਪਤਾ ਹੈਗਾ ਕੀ ਲਿਖਿਆ ਕੀ ਨਹੀਂ। ਇਮਾਨੀ ਕੁਰਾਨੀ ਮੈਨੂੰ ਨਹੀਂ ਪਤਾ ਇਹ ਕੀ ਲਿਖਿਆ। ਦੂਜੇ ਦਿਨ ਮੈਨੂੰ ਕਹਿੰਦੇ ਨੇ ਤੁਹਾਡੀ ਸੁਲਾਹ ਆ ਗਈ ਹੈ, ਤੂੰ ਆਪਣੇ ਘਰ ਜਾ। ਸਰ ਮੈਂ ਆਪਣੇ ਘਰ ਆ ਗਿਆ ਵਾਂ। ਅਗਰ ਕੋਈ ਅਫਸਰ ਵੇਖਦਾ ਪਿਆ, ਅੱਲਾ ਉਹਦੀ 100 ਸਾਲ ਦੀ ਜ਼ਿੰਦਗੀ ਕਰੇ, ਅੱਲਾ ਨੂੰ ਤਰੱਕੀ ਦੇਵੇ, ਕਿਸੇ ਤਰ੍ਹਾਂ ਮੈਨੂੰ ਇਨਸਾਫ ਦਵਾ ਦੇਵੇ। अल्लाह करे जी आपको ਰਿਕਵਰੀ ਕਰਵਾ ਦੇਣ, ਉਹਨਾਂ ਦੀ ਮਿਹਰਬਾਨੀ ਹੈ। ਕਿਉਂਕਿ ਧੋਖਾ ਦਾ ਜਿਹੜਾ ਇਹਨਾਂ ਨੇ ਮੇਰੇ ਨਾਲ ਕਰਨਾ ਹੀ ਉਹ ਤਾਂ ਹੋ ਗਿਆ। अल्लाह पाक आपको इंसाफ दे बजरे भाई। ये आईडी कार्ड किदा आईडी कार्ड किदा जी? बीवी ਦਾ आईडी कार्ड है ਜਿਹੜਾ ये देखें जी नाज़रीन, ये आईडी कार्ड भी जो है भाई के पास है और ये इनकी अहलिया थी जो कि जिनके साथ इनकी शादी हुई और इनके जो अरमान थे वो आंसुओं में बह गए हैं। अब रो रहे हैं और अब पछता रहे हैं और कह रहे हैं जी पुलिस ने भी और इनके साथ कोई कोऑपरेट नहीं किया और अब ये इंसाफ के लिए दुआइयाँ मांग रहे हैं कि ਹੁਣ ਬੁੱਢੀ ਵਾਪਸ ਲਿਆ ਦੇਣ, ਬੀਵੀ ਤੁਹਾਡੀ ਵਾਪਸ ਲਿਆ ਦੇਣ ਜਾਂ ਫਿਰ? ਬੀਵੀ ਨੇ ਮੇਰੇ ਕੋਲ ਖੁਲਾ ਲੈ ਕੇ ਅੱਗੇ ਨਿਕਾਹ ਭਰਾ ਲਿਆ। ਕਿ ਸਾਡੇ ਪਾਕਿਸਤਾਨ ਦਾ ਬਹੁਤ ਕਮਾਲ ਦਾ ਇਨਸਾਫ ਹੈ, ਕਾਨੂੰਨ। ਤੁਹਾਨੂੰ ਨੋਟਿਸ ਆਇਆ ਸੀ? ਸਾਨੂੰ ਸਰ ਕੁਝ ਵੀ ਨਹੀਂ ਆਇਆ, ਮੈਨੂੰ ਕੁਝ ਵੀ ਨਹੀਂ, ਮੈਨੂੰ ਨੋਟਿਸ ਕੀ, ਮੈਨੂੰ ਪਤਾ ਵੀ ਨਹੀਂ ਹੈਗਾ ਕਿ ਉਹਨੇ ਮੇਰੇ ਕੋਲ ਤਲਾਕ ਲੈ ਲਈ। ਇਹ ਮਾਸ਼ਾਅੱਲਾ ਸਾਡੇ ਪਾਕਿस्तान ਦਾ ਬਹੁਤ ਅੱਛਾ ਕਾਨੂੰਨ ਹੈਗਾ। ये हालात है जी नाज़रीन के आप देख सकते हैं कि ये उसकी तस्वीर भी है और जो स्क्रीन पे चल रही है आप देख भी सकते हैं कि ये तस्वीर है उसकी, और जिसकी इस भाई के साथ शादी हुई थी और 40 साल इनकी उम्र है और 40 साल के बाद इनकी शादी हुई और जैसे ही अपने कमरे में जाते हैं इनको दूध पिलाया जाता है और उसके अंदर नींद की गोलियां मिक्स की जाती हैं। जैसे ही उसको पीते हैं उसके बाद ये बेहोशी की हालत में चले जाते हैं और वैसे ही वो पूरे घर का सफाया करके रफू चक्कर हो जाती है। अब ये भाई जो है इंसाफ के लिए दुआइयाँ दे रहा है, तो मेरा आला अफसरान से मुतालबा है कि ऐसे साहिल की मदद की जाए और इनको इंसाफ फराहम किया जाए। तो नाज़रीन ये भी वीडियोज़ आपको दिखाना बहुत ज़रूरत है। कमेंट सेक्शन में अपनी राय से ज़रूर आगाह कीजिएगा। अपने मेज़बान नईम भट्टी को दीजिए इजाज़त और देखते रहिए लाहौर 42।